ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਝੀ ਸਗਲ ਜਹਾਨੈ। ਗੁਰਮੁਖ ਹੋਏ ਸੁਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਅਤੇ ਅੱਜ ਪੋਹ ਦਾ ਮਹੀਨਾ ਆਰੰਭ ਹੋਇਆ ਹੈ। ਇਸ ਮਹੀਨੇ ਦੇ ਵਿੱਚ ਬੜੀਆਂ ਕੁਰਬਾਨੀਆਂ, ਬੜੀਆਂ ਸ਼ਹਾਦਤਾਂ ਹੋਈਆਂ। ਸੋ ਉਹਨਾਂ ਸ਼ਹਾਦਤਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਸਰਬੰਸ ਵਾਰਿਆ ਅਤੇ ਆਪਣੇ ਆਪ ਨਾਲੋਂ ਵੀ ਵੱਧ ਕੇ ਸਿੱਖਾਂ ਦੇ ਨਾਲ ਪਿਆਰ ਕੀਤਾ। ਜਾਨ ਤੋਂ ਪਿਆਰੇ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ। ਬੜੀਆਂ ਸ਼ਹਾਦਤਾਂ ਹੋਈਆਂ ਇਸ ਮਹੀਨੇ ਦੇ ਵਿੱਚ। ਇਸ ਕਰਕੇ ਇਹ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਗੁਰੂ ਨੂੰ ਯਾਦ ਕਰੀਏ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨੂੰ ਯਾਦ ਕਰੀਏ। ਅਤੇ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਬਾਣੀ ਜ਼ਿਆਦਾ ਪੜ੍ਹੀਏ, ਜਾਪ ਵਧਾਈਏ, ਸੰਗਤ ਸੰਵਾਦ ਗੁਰਮੁਖਾਂ ਦੇ ਨਾਲ, ਕਥਾ ਕਹਾਣੀਆਂ। ਸੋ ਇਹ ਜ਼ਰੂਰੀ ਆ। ਘੱਟੋ ਘੱਟ ਆਹ ਮਹੀਨਾ ਤਾਂ ਸਾਨੂੰ ਦਸਵੇਂ ਪਾਤਸ਼ਾਹ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਵੀ ਉਹਨਾਂ ਨੇ ਕੀ ਕੀ ਕੌਤਕ ਕੀਤੇ, ਕਿਵੇਂ ਕਿਵੇਂ ਕੌਤਕ ਕੀਤੇ। ਜੋ ਸਾਡੇ ਕੋਲ ਇਤਿਹਾਸ ਉਪਲਬਧ ਹੈ, ਬਾਣੀ ਦੇ ਦੁਆਰਾ ਹੀ ਸਾਰਾ ਕੁਝ ਸੰਭਵ ਹੈ। ਜੇ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਸੀ, ਬਾਣੀ ਦੇ ਅਭਿਆਸੀ ਸੀ, ਤਦੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਜੇ ਬਾਣੀ ਨਾ ਪੜ੍ਹੀਏ, ਬਾਣੀ ਦੀ ਕਮਾਈ ਨਾ ਕਰੀਏ, ਫਿਰ ਮਰਨ ਨੂੰ ਚਿੱਤ ਨਹੀਂ ਕਰਦਾ ਜੀ। ਬਾਣੀ ਜਿਹੜੀ ਹੈ ਇਹ ਮੌਤ ਤੋਂ ਉੱਪਰ ਸਾਨੂੰ ਕਰ ਦਿੰਦੀ ਹੈ, ਡਰ ਤੋਂ ਉੱਪਰ ਕਰ ਦਿੰਦੀ ਹੈ। ਇਸ ਕਰਕੇ ਵੱਧ ਤੋਂ ਵੱਧ ਬਾਣੀ ਦੀ ਕਮਾਈ ਇਹੋ ਹੀ ਹੈ। ਜ਼ਿਆਦਾ ਪੜ੍ਹੋ, ਵਿਚਾਰ ਕਰੋ, ਬਾਣੀ ਕੀ ਕਹਿੰਦੀ ਹੈ, ਅਸੀਂ ਕੀ ਕਰਦੇ ਹਾਂ। ਨਹੀਂ ਤਾਂ ਇੱਦਾਂ ਹੀ ਉਮਰ ਨਿਕਲ ਜਾਣੀ ਹੈ। ਜੋ ਦਿਨ ਆਵੇ ਸੋ ਦਿਨ ਜਾਹੀ। ਸੋ ਜੋ ਕਹਿ ਰਹੀ ਹੈ, ਜੇ ਨਹੀਂ ਅਸੀਂ ਕਮਾ ਰਹੇ, ਘੱਟੋ ਘੱਟ ਪਤਾ ਤਾਂ ਹੋਣਾ ਚਾਹੀਦਾ ਨਾ ਜੀ। ਫਿਰ ਬਾਣੀ ਤਾਂ ਆਹ ਕਹਿੰਦੀ ਹੈ, ਅਸੀਂ ਆਹ ਕਰਦੇ ਹਾਂ। ਸੋ ਫਿਰ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਦਿੰਦੇ ਆ। ਜਦੋਂ ਅੰਦਰੋਂ ਹੌਕਾ ਜਿਹਾ ਲੈਂਦਾ ਵੀ ਬਾਣੀ ਆਹ ਕਹਿੰਦੀ, ਅਸੀਂ ਆਹ ਕਰਦੇ ਹਾਂ। ਹੌਕਾ ਤਾਂ ਲੈਂਦਾ ਹੀ ਨਾ, ਜਦੋਂ ਪਤਾ ਲੱਗਦਾ ਤਦੇ ਹੀ ਹੌਕਾ ਲੈਂਦਾ। ਫਿਰ ਗੁਰੂ ਸਾਹਿਬ ਜੀ ਤਰਸ ਖਾ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਸੋ ਆਓ ਆਪਾਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਸੋਰਠ ਦੀ ਵਾਰ ਦਾ ਇਹ 12ਵਾਂ ਸ਼ਬਦ ਹੈ। ਇਸ ਵਿੱਚ 2 ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਨ। ਪੌੜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਹੈ। 647 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸ਼ਲੋਕ ਮਹੱਲਾ ਤੀਜਾ।
ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਝੀ ਸਗਲ ਜਹਾਨੈ। ਪਰਥਾਏ ਹੁੰਦਾ ਵੀ ਕਿਸੇ ਨੂੰ ਸੰਬੋਧਨ ਕਰਕੇ ਗੱਲ ਕਰਨੀ, ਇਹਨੂੰ ਪਰਥਾਏ ਕਿਹਾ ਜਾਂਦਾ ਹੈ। ਉਹ ਬਕਾਇਦਾ ਨਾਂ ਲੈ ਕੇ ਗੁਰਬਾਣੀ ਦੇ ਵਿੱਚ ਨਾਂ ਵੀ ਲੈ ਹੋਏ ਨੇ। ਗੁਰਬਾਣੀ ਦੇ ਵਿੱਚ ਸੰਬੋਧਨ ਕੀਤਾ, ਪੰਡਿਤ ਨੂੰ ਸੰਬੋਧਨ ਕੀਤਾ, ਕਾਜੀ ਨੂੰ ਸੰਬੋਧਨ ਕੀਤਾ, ਸਰੇਵੜਿਆਂ ਨੂੰ ਵੀ ਕਰ ਦਿੱਤਾ, ਨਾਂ ਵੀ ਲੈ ਲੈ ਕੇ ਸੰਬੋਧਨ ਕੀਤੇ ਹੋਏ ਨੇ। ਜਦੋਂ ਭਾਈ ਲਾਲੋ ਜੀ ਦਾ ਵੀ ਨਾਂ ਆਉਂਦਾ ਹੈ, ਉਹ ਫਿਰ ਇੱਕ ਨੂੰ ਥੋੜ੍ਹੀ ਉਪਦੇਸ਼ ਹੁੰਦਾ ਜੀ। ਕਹਿੰਦੇ ਪਰਤਾਏ ਸਾਖੀ ਮਹਾਂਪੁਰਖ ਬੋਲਦੇ। ਸੋ ਹੁਣ ਗੁਰੂ ਸਾਹਿਬਾਨਾਂ ਨੇ ਜਦੋਂ ਸਰੀਰ ਧਾਰਨ ਕੀਤੇ ਨੇ, ਕੋਈ ਸੰਤ ਕਹਿੰਦਾ ਸੀ, ਕੋਈ ਮਹਾਂਪੁਰਖ ਕਹਿੰਦਾ ਸੀ, ਕੋਈ ਬਾਬਾ ਕਹਿੰਦਾ ਸੀ। ਬਾਬਾ ਆਖੇ ਹਾਜੀਆਂ ਸ਼ਗੋਮਲਾਂ ਬਾਜੋ ਦੋਨੋਂ ਰੋਈ, ਇੱਦਾਂ ਦੀ। ਸੋ ਸਾਨੂੰ ਹੁਣ ਸੋਝੀ ਹੈ, ਸਾਨੂੰ ਹੁਣ ਪਤਾ ਲੱਗਦਾ ਉਹ ਤਾਂ ਸੰਤ ਬਣਾਉਣੇ ਵਾਲੇ ਸੀ ਵੀ। ਉਹਨਾਂ ਨੇ ਤਾਂ ਸੰਤ ਬਣਾਏ ਹੈ, ਸਾਧ ਬਣਾਏ ਹੈ, ਬਾਬੇ ਬਣਾਏ ਹੈ। ਉਹਨਾਂ ਦੀ ਇਹ ਜਿਹੜੀ ਬਾਣੀ ਹੈ, ਇਹ ਸੰਤ ਸਾਧ ਬਣਾ ਰਹੀ ਹੈ, ਇਹ ਬਾਣੀ ਬਣਾਉਂਦੀ ਹੈ। ਬਾਣੀ ਤੋਂ ਬਿਨਾਂ ਕਿੱਦਾਂ ਕੋਈ ਬਣ ਸਕਦਾ। ਸੋ ਉਹਨਾਂ ਨੇ ਜੋ ਉਪਦੇਸ਼ ਦਿੱਤੇ ਹੋਏ ਨੇ, ਉਹ ਕਿਸੇ ਨਾ ਕਿਸੇ ਨੂੰ ਸੰਬੋਧਨ ਕਰ ਕਰਕੇ ਉਪਦੇਸ਼ ਦਿੱਤੇ। ਮਾਹੌਲ ਬਣ ਜਾਂਦਾ ਸੀ, ਪ੍ਰਸ਼ਨ ਇੱਕ ਪੁੱਛਦਾ ਸੀ, ਅਤੇ ਉਹ ਜਿਹੜੇ ਬਾਣੀ ਦੇ ਉਪਦੇਸ਼ ਨੇ, ਕਈ ਤਾਂ ਪ੍ਰਸ਼ਨਾਂ ਦੇ ਉੱਤਰ ਨੇ, ਅਤੇ ਕਈ ਫਿਰ ਮਹਾਰਾਜ ਨੇ ਆਪਣੀ ਮੌਜ ਵਿੱਚ ਹੀ ਜਿੱਦਾਂ ਬਾਣੀ ਆਈ ਹੈ ਅਤੇ ਉਚਾਰ ਕੇ ਸਾਨੂੰ ਦੇ ਦਿੱਤੀ ਬਾਣੀ। ਸੋ ਕਿਰਪਾ ਕਰ ਦਿੱਤੀ ਸਾਡੇ 'ਤੇ। ਪਰ ਕਹਿੰਦੇ ਸਾਂਝੀ ਸਗਲ ਜਹਾਨ ਹੈ। ਸੋ ਇਹ ਸਾਰੇ ਸੰਸਾਰ ਦੇ ਵਾਸਤੇ ਸਾਂਝਾ ਉਪਦੇਸ਼ ਹੈ, ਸਰਬ ਸਾਂਝੀ ਗੁਰਬਾਣੀ ਹੈ। ਅਗਰ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗ ਜਾਵੇ, ਹਰ ਇੱਕ ਵਰਗ ਦਾ ਲੋਕ ਜਿਹੜਾ ਆ ਇਸ ਦਾ ਸਤਿਕਾਰ ਕਰੇ ਜੀ, ਹਰ ਇੱਕ ਵਰਗ ਦਾ। ਚਾਹੇ ਕੋਈ ਹਿੰਦੂ, ਮੁਸਲਮਾਨ, ਕੋਈ ਜੈਨੀ, ਬੋਧੀ, ਈਸਾਈ, ਜੋ ਵੀ ਹੈ, ਉਹ ਬੜੇ ਮਾਣ ਨਾਲ ਕਹਿਣਗੇ ਭਾਈ ਜੇ ਕੋਈ ਧਰਮ ਦੀ ਸਿੱਖਿਆ ਲੈਣੀ ਤਾਂ ਬਾਣੀ 'ਚੋਂ ਲੈ ਲਓ। ਜੀਵਨ ਆਪਣਾ ਬਣਾਉਣਾ ਤਾਂ ਬਾਣੀ ਪੜ੍ਹਿਆ ਸੁਣਿਆ ਕਰੋ। ਕਿਉਂ? ਇਹਦੇ ਵਿੱਚ ਕਿਸੇ ਇੱਕ ਦੀ ਗੱਲ ਹੀ ਨਹੀਂ ਹੈਗੀ। ਇਹ ਤਾਂ ਸਾਰੇ ਸ੍ਰਿਸ਼ਟੀ ਦੀਆਂ ਗੱਲਾਂ ਕੀਤੀਆਂ ਹੋਈਆਂ, ਸਭਨਾਂ ਦੀਆਂ ਗੱਲਾਂ ਕੀਤੀਆਂ। ਕਹਿੰਦੇ ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਹੁਣ ਗੁਰਬਾਣੀ ਦਾ ਜਿਹੜਾ ਆਦਬ ਸਤਿਕਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਹੀ ਕਰੂਗਾ ਜਿਹੜਾ ਗੁਰੂ ਦੇ ਸਨਮੁਖ ਰਹੇਗਾ ਜੀ। ਸਨਮੁਖ ਰਹਿਣ ਦਾ ਭਾਵ ਇਹ ਬਾਣੀ ਦੇ ਨਾਲ ਕਦੀ ਕਥਾ ਦੁਆਰਾ, ਕਦੀ ਕੀਰਤਨ ਦੁਆਰਾ, ਨਿਤਨੇਮ ਦੁਆਰਾ, ਸਾਖੀਆਂ ਦੁਆਰਾ ਜੁੜਿਆ ਰਹੇ, ਗੁਰੂ ਦੇ ਨਾਲ ਜੁੜਿਆ ਰਹੇ। ਫਿਰ ਉਹ ਭਾਉ ਕਰੇ, ਫਿਰ ਗੁਰੂ ਦਾ ਅਦਬ ਸਤਿਕਾਰ ਕਰਦਾ। ਜਿਸ ਨੇ ਗੁਰੂ ਦਾ ਅਦਬ ਸਤਿਕਾਰ ਸੱਚੇ ਮਨੋਂ ਕਰ ਲਿਆ, ਉਹਦੇ ਵਾਸਤੇ ਮਹਾਰਾਜ ਕਹਿੰਦੇ ਆਪਣਾ ਆਪ ਪਛਾਣੇ। ਆਪਣੇ ਆਪ ਦੀ ਸੋਝੀ ਆ ਜਾਂਦੀ, ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਸੋ ਇਹਨੂੰ ਆਪਣੇ ਆਪ ਦੀ ਹੀ ਸੋਝੀ ਨਹੀਂ ਆਉਂਦੀ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਤਾ ਮਨ ਹੀ ਤੇ ਮਨ ਮਾਨੈ। ਜਦੋਂ ਇਹ ਆਪਣਾ ਆਪ ਪਛਾਣਦਾ ਨਾ, ਇਹਨੂੰ ਸਭ ਤੋਂ ਵੱਡੀ ਕਮੀ ਆਪਣੇ ਆਪ 'ਚ ਲੱਗਦੀ ਹੈ ਜੇ ਇਹਦੀਆਂ ਇੱਛਾਵਾਂ ਹੁੰਦੀਆਂ, ਜਿਹੜੀਆਂ ਲੋੜਾਂ, ਇੱਛਾਵਾਂ, ਉਹ ਫਿਰ ਦੇਖਦਾ ਵੀ ਇਹਨੂੰ ਕਿੱਦਾਂ ਮਾਰਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮਰ ਜਾ, ਤੂੰ ਮਰ ਜਾ, ਨਹੀਂ ਮਰ ਜਾਣਾ। ਕਹਿੰਦੇ ਕਿੱਦਾਂ ਮਰੀਦਾ? ਗੁਰੂ ਦੀ ਕਿਰਪਾ ਦੇ ਨਾਲ। ਜੀਵਤ ਭਾਵ ਤੋਂ ਮਰ ਜਾਂਦਾ, ਜੀਵਤ ਭਾਵ ਤੋਂ। ਮੈਂ ਹੈ ਹੀ ਨਹੀਂ, ਬਸ ਆਪਣੇ ਆਪ ਨੂੰ, ਵਜੂਦ ਨੂੰ ਹੀ ਖਤਮ ਕਰ ਦਿੱਤਾ ਹੈ। ਸੋ ਜਿਹੜਾ ਇੰਝ ਕਰਦਾ ਮਹਾਰਾਜ, ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ। ਪਾਤਸ਼ਾਹ ਕਹਿੰਦੇ ਫਿਰ ਮਨ ਹੀ ਤੇ ਮਨ ਮਾਨੈ, ਮਨ ਹੀ ਮਨ ਨੂੰ ਸਮਝਾ ਲੈਂਦਾ। ਫਿਰ ਕਹਿੰਦੇ ਸੋ ਭਾਵ ਜਿਹੜਾ ਮੂਲ ਹੈ, ਮੂਲ ਫਿਰ ਆਪਣੇ ਮਨ ਨੂੰ ਸਮਝਾ ਲੈਂਦਾ। ਕਿਉਂਕਿ ਮਨ ਪਹਿਲੋਂ ਸਰੀਰ ਨਾਲ ਚਿੰਬੜਿਆ ਸੀਗਾ, ਸਰੀਰ ਦੀਆਂ ਲੋੜਾਂ ਤੋਂ ਉੱਪਰ ਉੱਠ ਗਿਆ। ਹੁਣ ਮਨ ਕਿੰਨਾ ਲੱਗੇ, ਲੋੜਾਂ ਤੋਂ ਉੱਪਰ ਉੱਠ ਗਿਆ। ਫਿਰ ਇਹ ਮਨ ਮੂਲ ਦੇ ਨਾਲ ਜੁੜਦਾ ਹੈ, ਚਿੱਤ ਦੇ ਨਾਲ ਜੁੜਦਾ ਹੈ।
ਫਿਰ ਉਹ ਚਿੱਤ ਜਿਹੜਾ ਆ ਮੂਲ ਹੈ, ਫਿਰ ਉਹ ਸਮਝਾ ਲੈਂਦਾ। ਮਨ ਹੀ ਤੇ ਮਨ, ਮਨ ਨੂੰ ਆਪਾਂ ਇੰਝ ਵੀ ਕਹਿ ਸਕਦੇ ਸਮਝਣ ਲਈ। ਬੰਦਾ ਆਪ ਹੀ ਆਪਣੇ ਆਪ ਨੂੰ ਸਮਝਾਵੇ ਤਾਂ ਸਮਝਦਾ, ਦੂਜੇ ਦੇ ਕਹਿਣ 'ਤੇ ਨਹੀਂ ਸਮਝਦਾ। ਜਦੋਂ ਆਪਣੇ ਆਪ ਨੂੰ ਸਮਝਾਊਗਾ ਇੱਕਦਮ ਸਮਝ ਜਾਂਦਾ, ਹਾਂ ਜੀ ਕਹਿੰਦੇ ਹੁਣ ਪਤਾ ਲੱਗ ਗਿਆ। ਅਤੇ ਦੂਜਾ ਜਿੰਨਾ ਮਰਜ਼ੀ ਸਿਰ ਖਪਾਈ ਕਰੀ ਜਾਵੇ, ਕੁਛ ਨਹੀਂ ਪਤਾ ਲੱਗਦਾ ਇਸਨੂੰ। ਕਹਿੰਦੇ ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥ ਹੈ ਗਿਆਨ। ਜਿਸ ਨੂੰ ਆਪਣੇ ਮਨ ਦੀ ਪ੍ਰਤੀਤ ਹੀ ਕੋਈ ਨਹੀਂ, ਉਹ ਮਨ ਦੇ ਸੰਬੰਧ ਵਿੱਚ ਕੀ ਗਿਆਨ ਕਥਨ ਕਰ ਸਕਦਾ ਜੀ। ਕਿਤਾਬਾਂ ਨੂੰ ਪੜ੍ਹ ਕੇ ਮਨ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਜੀ, ਮਨ ਨੂੰ ਪੜ੍ਹ ਕੇ ਮਨ ਦਾ ਗਿਆਨ ਪ੍ਰਾਪਤ ਹੁੰਦਾ ਜੀ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹਨ, ਨਹੀਂ ਮਨ ਦਾ ਗਿਆਨ ਹੋਣਾ। ਮਨ ਇੱਕ ਬੜੀ ਵੱਡੀ ਕਿਤਾਬ ਹੈ, ਜਿਹਦੇ ਅੱਖਰ ਐਸੇ ਨੇ ਜਿਹੜੇ ਦਿਸਦੇ ਹੀ ਨਹੀਂ ਕਿਸੇ ਨੂੰ। ਅੱਖਰਾਂ ਦਾ ਛੱਡੋ, ਖੋਲ੍ਹਣੀ ਨਹੀਂ ਕਿਤਾਬ ਆਉਂਦੀ ਉਹ ਤਾਂ ਬਿਨਾਂ ਗੁਰੂ ਦੀ ਕਿਰਪਾ ਤੋਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਹੀ ਨਹੀਂ ਪੜ੍ਹਿਆ, ਉਹ ਮਨ ਦੇ ਸੰਬੰਧ ਵਿੱਚ ਕੀ ਗਿਆਨ ਕਥਨ ਕਰ ਸਕਦੇ ਨੇ। ਕਹਿੰਦੇ ਨੇ ਮਹਲਾ ਤੀਜਾ, ਗੁਰਮੁਖ ਚਿਤ ਨਾ ਲਾਇਓ, ਅੰਤ ਦੁਖ ਪਹੁਤਾ ਆਏ। ਗੁਰੂ ਦੇ ਨਾਲ ਤਾਂ ਚਿੱਤ ਲਾਇਆ ਨਹੀਂ, ਗੁਰਬਾਣੀ ਦੇ ਨਾਲ, ਗੁਰਬਾਣੀ ਨਾਲ ਨਹੀਂ ਚਿੱਤ ਲਾਇਆ, ਚਿੱਤ ਇੱਧਰ ਉੱਧਰ ਲਾ ਕੇ ਰੱਖਿਆ। ਅਤੇ ਉਮਰ ਤਾਂ ਹੁਣ ਜਿੰਨੀ ਕੁ ਮਿਲੀ ਉਨੀ ਕੁ ਰਹਿਣੀ ਨਾ, ਵਧਣੀ ਥੋੜ੍ਹੀ ਹੈ। ਨਾ ਇਹ ਤਿਲ ਵੱਧਦੀ ਹੈ ਨਾ ਤਿਲ ਘਟਦੀ ਹੈ। ਅਤੇ ਅੰਤ ਤੋਂ ਸਮਾਂ ਆ ਜਾਂਦਾ ਜਦੋਂ ਜਮ ਇਸ ਨੂੰ ਪਕੜਦੇ ਨੇ ਆਣ ਕੇ, ਅੰਤ ਦੁੱਖ ਪਹੁਤਾ ਆਏ। ਫਿਰ ਦੁੱਖ ਦੇਣੇ ਵਾਲੇ ਜਮ ਕਹਿੰਦੇ ਪਹੁੰਚ ਗਏ। ਅਤੇ ਜਿਹੜਾ ਟਾਈਮ ਸੀ, ਟਾਈਮ ਖਤਮ ਹੋ ਗਿਆ ਨੇ। ਚਿੱਤ ਲਾਉਣਾ ਸੀ, ਚਿੱਤ ਇਹਦੇ ਕੋਲ ਲੱਗਾ ਨਹੀਂ। ਜਮ ਤਾਂ ਨਾਲ ਹੀ ਹੁੰਦੇ, ਜਮ ਹੀ ਚਿੱਤ ਨਹੀਂ ਲੱਗਣ ਦਿੰਦੇ। ਜਿਹੜੇ ਜਮ ਨੇ, ਜਮਦੂਤ ਜਿਹੜੇ ਵਿਕਾਰ ਨੇ, ਜਮਦੂਤ ਇਹ ਕੀ ਹੈ? ਕਾਮ, ਕ੍ਰੋਧ, ਲੋਭ, ਹੰਕਾਰ, ਇਹ ਚਿੱਤ ਲੱਗਣ ਦਿੰਦੇ ਕਿਤੇ? ਇਹ ਨਹੀਂ ਚਿੱਤ ਲੱਗਣ ਦਿੰਦੇ। ਸੋ ਸਾਰੀ ਜ਼ਿੰਦਗੀ ਨਿਕਲ ਗਈ, ਇਹਨਾਂ ਨੇ ਚਿੱਤ ਨਹੀਂ ਲੱਗਣ ਦਿੱਤਾ। ਅਤੇ ਅੰਤ ਫਿਰ ਧਰਮ ਰਾਜੇ ਦੇ ਦੂਤ ਪਹੁੰਚ ਗਏ। ਕਹਿੰਦੇ ਸਾਰੀ ਜ਼ਿੰਦਗੀ ਨਾ ਵਿਕਾਰਾਂ ਕਰਕੇ ਦੁਖੀ ਰਿਹਾ, ਅਤੇ ਹੁਣ ਧਰਮ ਰਾਜੇ ਦੇ ਦੂਤਾਂ ਨੇ ਇਹਨੂੰ ਨੂੜ ਲਿਆ। ਕਹਿੰਦੇ ਇਹਨੂੰ ਪਕੜ ਲਿਆ, ਅੰਦਰੋਂ ਬਾਹਰੋਂ ਅੰਧਿਆ, ਸੁਧ ਨਾ ਕਾਈ ਪਾਏ। ਹੁਣ ਬਾਹਰਲੀ ਨੌਲੇਜ ਬਥੇਰੀ ਇਕੱਠੀ ਕਰ ਲਈ, ਪਰ ਬਾਹਰੋਂ ਵੀ ਇੰਨਾ ਹੀ ਰਿਹਾ। ਜੋ ਜਾਣਨੇ ਵਾਲੀ ਚੀਜ਼ ਤਾਂ ਜਾਣੀ ਨਹੀਂ। ਅੰਦਰਲੀ ਤਾਂ ਅੱਖ ਹੀ ਨਹੀਂ ਖੁੱਲ੍ਹੀ ਇਹਦੀ। ਅੰਦਰਲੀ ਅੱਖ ਜਿਹੜੀ ਸੀ ਉਹ ਗਿਆਨ ਅੰਜਨ ਦੇ ਨਾਲ ਖੁੱਲ੍ਹਣੀ ਸੀ। ਗਿਆਨ ਅੰਜਨ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਪੈ, ਨੇਤਰ ਜਿਹੜੇ ਨੇਤਰ ਅੰਦਰ ਨੂੰ ਕਿ ਅੱਖਾਂ ਬਾਹਰਲੀਆਂ ਹੁੰਦੀਆਂ। ਦੇਖਣਾ ਬਾਹਰ ਹੁੰਦਾ, ਪੇਖਣਾ ਅੰਦਰ ਹੁੰਦਾ। ਹੁਣ ਗਿਆਨ ਦਾ ਜਿਹੜਾ ਸੁਰਮਾ ਨੇਤਰਾਂ 'ਚ ਪੈਂਦਾ। ਉੱਦਾਂ ਤਾਂ ਅੱਖਾਂ ਦੇ ਨਾਲ ਅੱਖਰ ਪੜ੍ਹੋ, ਅੱਖਾਂ ਤਾਂ ਥੱਕ ਜਾਂਦੀਆਂ। ਹੁਣ ਗਿਆਨ ਦੀ ਜਿਹੜੀ ਵਿਚਾਰ ਹੈ ਉਹ ਅੰਜਨ ਹੋ ਗਿਆ, ਉਹ ਫਿਰ ਨੇਤਰ 'ਚ ਪੈਣਾ। ਜਦੋਂ ਗਿਆਨ ਦਾ ਅੰਜਨ ਨੇਤਰ ਵਿੱਚ ਪੈਂਦਾ, ਫਿਰ ਇਹਨੂੰ ਅੰਦਰਲਾ ਗਿਆਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਉਹ ਗਿਆਨ ਦਾ ਤੈਨੂੰ ਆਇਆ ਨਹੀਂ ਅੰਦਰਲਾ ਨਾ। ਅੰਦਰੋਂ ਵੀ ਅੰਨਾ ਰਿਹਾ ਅਤੇ ਬਾਹਰੋਂ ਵੀ ਅੰਨਾ। ਬਾਹਰੋਂ ਵੀ ਅੰਨਾ ਹੀ ਰਹਿੰਦਾ। ਬੰਦੇ ਨੂੰ ਪਤਾ ਹੀ ਨਹੀਂ ਵੀ ਕੀ ਕੰਮ ਕਰਨਾ ਕੀ ਨਹੀਂ ਕਰਨਾ। ਜੇ ਕਹਵੇਂ ਬਾਹਰੋਂ ਅੰਨਾ ਕਿੱਦਾਂ, ਅੱਖਾਂ ਤਾਂ ਦੇਖਦੀਆਂ, ਫਿਰ ਕੰਮ ਗਲਤ ਕਿੱਦਾਂ ਹੁੰਦਾ? ਕੰਮ ਗਲਤ ਕਿੱਦਾਂ ਹੁੰਦਾ? ਫਿਰ ਤੂੰ ਤਾਂ ਸਹੀ ਸਮਝ ਕੇ ਕੀਤਾ ਸੀਗਾ। ਇਸ ਕਰਕੇ ਬਾਹਰੋਂ ਵੀ ਇੰਨਾ ਹੀ ਹੈ। ਪਤਾ ਹੀ ਨਹੀਂ ਹੈ ਵੀ ਕੀ ਕਰਨਾ, ਤਾਂ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ, ਕੀ ਕਰਨਾ। ਕਿਸੇ ਨੂੰ ਪਤਾ ਹੈ ਵੀ ਕਿਹੜਾ ਕੰਮ ਮੇਰੇ ਫਾਇਦੇ ਵਾਸਤੇ, ਕਿਹੜਾ ਕਿਹ 'ਚ ਨੁਕਸਾਨ ਆ? ਕਿਸੇ ਨੂੰ ਨਹੀਂ ਪਤਾ। ਬਾਹਰੋਂ ਵੀ ਇੰਨਾ ਹੀ ਆ। ਫਿਰ ਬਾਹਰੋਂ ਵੀ ਇੰਨਾ, ਅੰਦਰ ਗਿਆਨ ਦਾ ਸੁਰਮਾ ਨਹੀਂ ਮਿਲਿਆ, ਅੰਦਰਲੀ ਅੱਖ ਨਹੀਂ ਖੁੱਲ੍ਹੀ। ਕਹਿੰਦੇ ਅੰਦਰੋਂ ਨਾ ਸੁੱਧ ਨਾ ਕਾਈ ਪਾਏ। ਇਸ ਕਰਕੇ ਇਹਨੂੰ ਕੋਈ ਸੁੱਧ ਬੁੱਧ ਨਹੀਂ। ਬੇਹੋਸ਼ੀ ਵਿੱਚ ਸਾਰੀ ਜ਼ਿੰਦਗੀ ਨਿਗਾਹ ਦਿੰਦੇ ਆ। ਪੰਡਿਤ ਤਿਨ ਕੀ ਬਰਕਤੀ, ਸਭ ਜਗਤ ਖਾਏ, ਜੋ ਰੱਤੇ ਹਰ ਨਾਏ। ਹੁਣ ਜਿਹੜੇ ਰੱਬ ਦੇ ਰੰਗ ਦੇ ਵਿੱਚ ਰੱਤੇ ਹੋਏ ਨੇ,
ਉਹ ਵੀ ਤਾਂ ਹੈਗੇ ਆ ਨਾ। ਇੱਦਾਂ ਤਾਂ ਨਹੀਂ ਹੈ ਵੀ ਸਾਰੇ ਭੇਖੀ ਹੋ ਗਏ, ਸਾਰੇ ਪਖੰਡੀ ਹੋ ਗਏ ਨਾ ਭਾਈ, ਉਹ ਵੀ ਰੂਹਾਂ ਹੈਗੀਆਂ। ਹੁਣ ਜਿਹੜੇ ਉਹਦੇ ਨਾਮ ਦੇ ਰੰਗ ਵਿੱਚ ਰੱਤੇ ਨੇ, ਰੰਗ ਰਤਲੀਆਂ ਰੂਹਾਂ ਨੇ, ਉਹਨਾਂ ਦੀ ਬਰਕਤ ਦੇ ਨਾਲ ਹੀ ਬਾਕੀ ਸਾਰਿਆਂ ਨੂੰ ਰਿਜ਼ਕ ਮਿਲਦਾ। ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰ ਨਾਏ। ਰੱਤੇ ਕੌਣ ਹੁੰਦੇ? ਜਿਹੜੇ ਕਦੀ ਮੂੰਹ ਹੀ ਨਹੀਂ ਮੋੜਦੇ। ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸਿਆਤਾ ਸਾਈ। ਉਹ ਸਮਝ ਗਏ ਨੇ ਵੀ ਮੇਰਾ ਕੌਣ ਹੈ, ਕਦੀ ਮੂੰਹ ਹੀ ਨਹੀਂ ਮੋੜਦੇ। ਉਹ ਤਾਂ ਹਜ਼ੂਰ ਕਿਰਪਾ ਕਰ ਰਹੇ ਨੇ, ਕਹਿੰਦੇ ਜਿਨ ਗੁਰ ਕਾ ਸ਼ਬਦ ਸਲਾਹਿਆ, ਹਰ ਸਿਉ ਰਹਿ ਸਮਾਏ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ, ਉਹ ਉਸੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਸਿਫਤ ਕਰਦਿਆਂ 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 ਉਹਦਾ ਹੀ ਰੂਪ ਹੋ ਗਏ। ਪੰਡਿਤ ਦੂਜੈ ਭਾਏ, ਬਰਕਤ ਨਾ ਹੋਵਈ। ਨਾ ਧਨ ਪੱਲੇ ਪਾਏ। ਇੱਥੇ ਮਾਇਆ ਦੇ ਧਨ ਦੀ ਗੱਲ ਕਰੀਏ, ਦੂਜੇ ਭਾਏ ਮਾਇਆ ਨੂੰ ਕਹਿ ਦਿੱਤਾ। ਹੇ ਪੰਡਿਤ, ਪੰਡਿਤ ਵਿਦਵਾਨਾਂ ਨੂੰ ਕਹਿ ਦਿੱਤਾ ਵੀ ਜੇ ਜਿਨ੍ਹਾਂ ਦੇ ਕੋਲ ਗਿਆਨ ਆ, ਵਿਦਵਾਨ ਨੇ ਜਿਹੜੇ, ਸੋ ਜਿਹੜੇ ਵਿਦਵਾਨ ਇਹਨਾਂ ਨੂੰ ਪੰਡਿਤ ਕਰਕੇ ਸੰਬੋਧਨ ਕਰ ਦਿੱਤਾ। ਪੰਡਿਤ ਕਿਸੇ ਖਾਸ ਫਿਰਕੇ ਨੂੰ ਨਹੀਂ ਕਿਹਾ ਜਾਂਦਾ, ਜਿਹਦੇ ਕੋਲ ਬੜੀ ਨੌਲੇਜ ਹੋ ਜਾਂਦੀ ਉਹਨੂੰ ਪੰਡਿਤ ਕਹਿ ਦਿੱਤਾ ਜਾਂਦਾ। ਇਸ ਕਰਕੇ ਤੂੰ ਭਾਈ ਨੌਲੇਜ ਇਕੱਠੀ ਕਰ ਲਈ। ਇਕੱਠੀ ਕਾਹਦੇ ਵਾਸਤੇ ਕੀਤੀ? ਦੂਜੇ ਭਾਏ। ਤੇਰਾ ਜਿਹੜਾ ਪਿਆਰ ਆ ਉਹ ਤਾਂ ਮਾਇਆ ਦੇ ਵਿੱਚ ਆ ਵੀ ਹਾਂ ਮੇਰੇ ਕੋਲ ਇੰਨੀ ਵਿਦਵਤਾ ਅਤੇ ਇਹਦੇ ਨਾਲ ਮੈਂ ਮਾਇਆ ਕਮਾਵਾਂਗਾ। ਜੇ ਮਾਇਆ ਦੇ ਨਾਲ ਨਹੀਂ ਵੀ ਪਿਆਰ, ਮਾਣ ਦੇ ਨਾਲ ਤਾਂ ਹੈ ਵੀ ਮੇਰਾ ਮਾਣ, ਮੇਰੀ ਸ਼ੋਭਾ। ਇਹ ਵੀ ਤਾਂ ਦੂਜਾ ਭਾਈ ਹੈ ਜਿਹੜਾ ਮਾਣ ਸ਼ੋਭਾ ਵਾਲਾ ਵੀ। ਸੋ ਪੰਡਿਤ ਦੂਜੇ ਭਾਏ, ਬਰਕਤ ਨਾ ਹੋਵਈ। ਬਰਕਤ ਕਾਹਦੇ ਵਾਸਤੇ, ਕਾਹਦੇ ਵਿੱਚ ਕਰਨੀ? ਬਰਕਤ ਹੁੰਦਾ ਹੈ ਵਾਧਾ। ਸੋ ਜੇ ਤੇਰਾ ਪਿਆਰ ਸੰਸਾਰ ਦੇ ਵਿੱਚ ਹੈ, ਮਾਣ ਦੇ ਵਿੱਚ ਹੈ, ਮਾਇਆ ਦੇ ਵਿੱਚ ਹੈ, ਫਿਰ ਤੇਰੇ ਗਿਆਨ ਦੀ ਕਦੀ ਬਰਕਤ ਨਹੀਂ ਪਵੇਗੀ, ਵਾਧਾ ਨਹੀਂ ਹੋਵੇਗਾ। ਪਾਤਸ਼ਾਹ ਕਹਿੰਦੇ ਨੇ ਨਾ ਧਨ ਪੱਲੇ ਪਾਏ। ਗਿਆਨ ਵੀ ਗਿਆ ਅਤੇ ਧਨ ਵੀ ਗਿਆ। ਧਨ ਤਾਂ ਟਿਕਦਾ ਹੀ ਨਹੀਂ ਹੈ ਨਾ। ਗਿਆਨ 'ਚ ਵਾਧਾ ਕਰਨਾ। ਜੇ ਤੈਨੂੰ 4 ਅੱਖਰਾਂ ਦਾ ਗਿਆਨ ਹੋ ਗਿਆ ਤੂੰ ਅੰਦਰਲਾ ਨੇਤਰ ਜਿਹੜਾ ਸੀ ਉਹ ਖੋਲ੍ਹਣਾ ਸੀਗਾ। ਬਰਕਤ ਤਾਂ ਉਹਨਾਂ ਬਣਦੀ ਹੈ, ਉੱਦਾਂ ਬਰਕਤ ਨਹੀਂ ਬਣਦੀ। ਮੰਨ ਲਓ ਵੀ ਬੰਦੇ ਨੇ ਸੋ ਜਦੋਂ ਜ਼ੋਰ ਲਾ ਕੇ 5 ਬਾਣੀਆਂ ਕੰਠ ਕਰ ਲਈਆਂ ਜੀ, ਫਿਰ ਭੁੱਲਦੀਆਂ ਕਿਉਂ? ਹੁਣ ਉਹੀ ਗਿਆਨ ਜਦੋਂ ਅੰਦਰ ਜਾਂਦਾ ਹੈ ਬਰਕਤ ਉਹਦੀ ਬਣਦੀ ਹੈ, ਉਹ ਵੱਧਦਾ। ਜਿਹੜੀ ਚੀਜ਼ ਯਾਦ ਕਰਨੀ ਉਹਨੇ ਭੁੱਲਣਾ ਹੀ ਭੁੱਲਣਾ। ਜਿਹੜੀ ਚਿੱਤ ਵਿੱਚ ਆ ਜਾਣੀ ਉਸਨੇ ਨਹੀਂ ਭੁੱਲਣਾ। ਉਹ ਨਹੀਂ। ਇਹ ਸਾਰਾ ਦਿਮਾਗ ਦੇ ਲੈਵਲ 'ਤੇ ਸਾਰੇ ਕੰਮ ਚੱਲਦਾ। ਜੋ ਜ਼ੋਰ ਲਾਉਂਦਾ ਕਰਨਾ ਚਾਹੀਦਾ, ਬਾਣੀ ਕੰਠ ਕਰਨੀ ਚਾਹੀਦੀ ਹੈ 'ਚ ਨਹੀਂ। ਪਰ ਇੱਥੇ ਦੱਸ ਬਰਕਤ ਦੀ ਗੱਲ ਹੈ ਵੀ ਬਰਕਤ ਕਿੱਦਾਂ ਬਣਦੀ ਹੈ। ਬਰਕਤ ਬਣਨੀ ਹੈ ਜਦੋਂ ਤੇਰਾ ਉਹਦੇ ਨਾਲ ਦਿਲੀ ਪਿਆਰ। ਹੁਣ ਸੋ ਜਿਹੜੇ ਬੱਚੇ ਹੁੰਦੇ ਨੇ ਮਾਂ ਬਾਪ ਵਾਸਤੇ, ਬੱਚਿਆਂ ਦੇ ਨਾਲ ਇੰਨਾ ਪਿਆਰ ਹੁੰਦਾ ਹੈ, ਉਹ ਬਚਪਨ ਦੇ ਉਹਨਾਂ ਦੇ ਜਿਹੜੇ ਕਰਤੱਵ ਹੁੰਦੇ ਨੇ, ਕੋਈ ਵੀਡੀਓ ਰਿਕਾਰਡਾਂ ਬਣਾ ਕੇ ਰੱਖਦਾ, ਉਹਨਾਂ ਦੇ ਕੋਈ ਚੇਤੇ ਕਰਦਾ, ਉਹਨਾਂ ਨੂੰ ਉਹਨਾਂ ਦੇ ਚਿੱਤ ਵਿੱਚ ਸਮਾਏ ਹੁੰਦੇ ਨੇ। ਤੂੰ ਬਚਪਨ 'ਚ ਆਹ ਕਰਦਾ ਹੁੰਦਾ ਸੀ, ਆਹ ਕਰਦਾ ਹੁੰਦੇ। ਸੋ ਆਹ ਸਿਸਟਮ ਇੱਦਾਂ ਦਾ ਸਿਸਟਮ ਬਣ ਜਾਂਦਾ। ਫਿਰ ਜਦੋਂ ਚਿੱਤ ਦੇ ਵਿੱਚ ਗੁਰੂ ਦਾ ਗਿਆਨ, ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਸਾਖੀਆਂ ਆ ਜਾਂਦੀਆਂ ਅਤੇ ਉਹ ਫਿਰ ਬਰਕਤ ਹੁੰਦੀ, ਉਹ ਵਾਧਾ ਹੁੰਦਾ, ਇੰਝ ਵਾਧਾ ਹੁੰਦਾ। ਸੋ ਜੇ ਇਕੱਲਾ ਉੱਪਰਲੇ ਗਿਆਨ ਦੇ ਲੈਵਲ 'ਤੇ ਗਿਆ, ਧਨ ਦਾ ਲੋਭ ਆ, ਮਾਣ ਦਾ ਲੋਭ ਹੈ, ਨਾ ਤਾਂ ਤੈਨੂੰ ਮਾਣ ਰਹਿਣਾ, ਨਾ ਤੇਰੇ ਪੱਲੇ ਧਨ ਰਹਿਣਾ। ਕਹਿੰਦੇ ਬਰਕਤ ਰਹਿਣੀ ਨਹੀਂ। ਕਹਿੰਦੇ ਤੇਰਾ ਗਿਆਨ ਵੀ ਜਾਂਦਾ ਰਹਿਣਾ। ਪਾਤਸ਼ਾਹ ਕਹਿੰਦੇ ਮਹਾਰਾਜ ਅੱਗੇ ਕਿਰਪਾ ਕਰ ਰਹੇ ਨੇ, ਕਹਿੰਦੇ ਨੇ ਪੜ੍ਹ ਥੱਕੇ ਸੰਤੋਖ ਨ ਆਇਓ, ਅਨ ਦਿਨ ਜਲਤ ਵਿਹਾਏ। ਫੇਰ ਪੜ੍ਹਨ ਦੀ ਗੱਲ ਆ ਗਈ। ਕਿਤਾਬਾਂ ਪੜ੍ਹੀ ਜਾ, ਪੋਥੀਆਂ ਪੜ੍ਹੀ ਜਾ, ਕਹਿੰਦੇ ਸੰਤੋਖ ਨਹੀਂ ਆਉਣਾ। ਸੋ ਕੋਈ ਦਿਨ ਰਾਤ ਵਿਕਾਰਾਂ ਵਿੱਚ ਸੜਦੇ ਹਾਂ,
ਕਦੀ ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਕ੍ਰੋਧ ਦੀ ਅੱਗ, ਇਹਦੇ ਨਾਲ ਹੀ ਤੇਰੀ ਉਮਰ ਬੀਤ ਜਾਣੀ ਸਾਰੀ। ਕੂਕ ਪੁਕਾਰ ਨਾ ਚੁਕਈ, ਨਾ ਸੰਸਾ ਵਿੱਚੋਂ ਜਾਏ। ਜਿੰਨਾ ਮਰਜੀ ਪੜ੍ਹ ਲਿਖ ਲਾ, ਪੋਥੀਆਂ ਪੜ੍ਹ ਲਾ, ਜੋ ਮਰਜੀ ਕਥਾ ਕਹਾਣੀਆਂ ਪੜ੍ਹ ਲਾ, ਸੰਸਾ ਨਹੀਂ ਜਾਣਾ। ਜੀਵਨ ਬਣਾਉਣਾ ਹੈ। ਗੱਲ ਤਾਂ ਜੀਵਨ ਤਾਂ ਇੱਕ ਪੰਕਤੀ ਨਾਲ ਵੀ ਬਣ ਜਾਂਦਾ ਹੈ। ਇੱਕ ਪੰਕਤੀ ਜੀਵਨ ਬਣਾਉਣ ਦੀ ਹੈ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਕੋ ਹੀ ਪੰਕਤੀ ਪੜ੍ਹੀ ਸੀ, ਜੀਵਨ ਬਣ ਗਿਆ ਉਹਦਾ। ਜੀਵਨ ਬਣਾਉਣ, ਬਾਣੀ ਹੈ ਹੀ ਜੀਵਨ। ਇਹ ਕੋਈ ਕਵਿਤਾ ਥੋੜ੍ਹੀ ਹੈ, ਇਹ ਤਾਂ ਜ਼ਿੰਦਗੀ ਹੈ। ਬਾਣੀ ਜੀਵਨ ਹੈ। ਸੋ ਜਿਹਦਾ ਪਾਣੀ ਦੇ ਨਾਲ ਜੀਵਨ ਬਚਦਾ, ਇਸ ਤਰ੍ਹਾਂ ਬਾਣੀ ਦੇ ਨਾਲ ਅੰਦਰਲਾ ਸਿਸਟਮ ਬਚਦਾ, ਅੰਦਰਲਾ ਜੀਵਨ ਬਣਦਾ ਇਸ ਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਸੰਸ਼ੇ ਇੱਦਾਂ ਨਹੀਂ ਜਾਣੇ ਬਾਹਰਲੇ ਗਿਆਨ ਦੇ ਨਾਲ। ਜਿਹੜਾ ਸੰਸ਼ਿਆਂ 'ਚ ਪਿਆ ਹੁੰਦਾ ਉਹਦੀਆਂ ਕੂਕਾਂ ਕੋਈ ਨਹੀਂ ਸੁਣਦਾ, ਕਿਉਂਕਿ ਸਾਰਾ ਸੰਸਾਰ ਸੰਸ਼ਿਆਂ ਦੇ ਵਿੱਚ ਹੈ। ਕੌਣ ਸੁਣੇ? ਇੱਥੇ ਇੰਨੇ ਨੇ ਤੇਰੇ ਨਾਲ ਦੇ, ਸਾਰੇ ਤੇਰੇ ਵਰਗੇ ਨੇ। ਜਦੋਂ ਤੂੰ ਮਰ ਕੇ ਜਾਣਾ ਦਰਗਾਹ ਨੂੰ, ਧਰਮਰਾਜ ਦੀ ਕਚਹਿਰੀ 'ਚ, ਉੱਥੇ ਤੇਰਾ ਹੈ ਹੀ ਕੋਈ ਨਹੀਂ। ਕਿਹਨੂੰ ਸੁਣਾਵੇਂਗਾ? ਗੁਰੂ ਨੂੰ ਬਣਾਇਆ ਨਹੀਂ ਆਪਣਾ। ਜਦੋਂ ਗੁਰੂ ਨੂੰ ਆਪਣਾ ਬਣਾ ਲੈਂਦਾ, ਗੁਰੂ ਤਾਂ ਇੱਕ ਪੁਕਾਰ ਦੇ ਨਾਲ ਹੀ ਆ ਜਾਂਦਾ। ਚਾਹੇ ਇੱਥੇ ਹੋਵੇ ਚਾਹੇ ਉੱਥੇ ਹੋਵੇ, ਤਾਂ ਫਰਕ ਹੀ ਕੋਈ ਨਹੀਂ। ਇੱਥੇ ਉੱਥੇ ਰਖਵਾਲਾ, ਗੁਰੂ ਇੱਦਾਂ ਦਾ ਆਪਣਾ। ਪਰ ਗੁਰੂ ਨੂੰ ਆਪਣਾ ਬਣਾਇਆ ਹੀ ਨਹੀਂ। ਨਾਨਕ ਨਾਮ ਵਿਹੂਣਿਆ, ਮੋਹ ਕਾਲੈ ਉੱਠ ਜਾਏ। ਨਾਮ ਪੱਲੇ ਨਹੀਂ ਸੀ, ਮੂੰਹ ਕਾਲਾ ਲੈ ਕੇ ਚਲਾ ਗਿਆ। ਮੂੰਹ ਕਾਲਾ, ਸਾਫ਼ ਹੀ ਨਹੀਂ ਕੀਤਾ ਮੂੰਹ, ਕਲੰਕ ਲੱਗਾ ਰਹਿ ਗਿਆ। ਮਾੜੇ ਕਰਮ ਇੱਦਾਂ ਹੀ ਰਹਿ ਗਏ, ਧੋਤੇ ਹੀ ਨਹੀਂ। ਹੁਣ ਕਾਲਖ ਨੂੰ ਪਾਣੀ ਨਾ ਧੋਵੋਗੇ ਤਾਂ ਕਾਲਖ ਤਾਂ ਹੋਰ ਵੱਧ ਜਾਂਦੀ ਹੈ। ਕਾਲਖ ਹੰਕਾਰ ਸਹਿਤ ਧਾਰਮਿਕ ਕਰਮ ਕਰਾਂਗੇ ਤੇ ਇਹ ਤਾਂ ਕਾਲਖ ਹੋਰ ਵੱਧ ਜਾਣੀ ਹੈ। ਕਾਲਖ ਨੂੰ ਧੋਣ ਵਾਸਤੇ, ਪਾਪ ਨੂੰ ਧੋਣ ਵਾਸਤੇ ਬੰਦਾ ਪੁੰਨ ਕਰਦਾ, ਹੰਕਾਰ ਸਹਿਤ ਕਰਦਾ। ਉਹ ਫਿਰ ਇਕੱਲਾ ਪਾਣੀ ਨਾਲ ਮੂੰਹ ਧੋਗੇ ਤਾਂ ਕਾਲਖ ਹੋਰ ਹੀ ਵਧਣੀ, ਸਗੋਂ ਹੋਰ ਹੰਕਾਰ ਆ ਜਾਂਦਾ। ਕਹਿੰਦੇ ਮੂੰਹ ਸਾਫ਼ ਕਰ, ਕਾਲਖ ਧੋ ਆਪਣੀ। ਉਹ ਭਾਈ ਗਿਆਨ ਦੇ ਨਾਲ ਹੋਣਾ। ਜਦੋਂ ਗਿਆਨ ਦੇ ਨਾਲ ਅੰਦਰ ਅੰਮ੍ਰਿਤ ਦਾ ਕੁੰਟ ਬਣਦਾ ਹੈ, ਫੇਕ 'ਤੇ ਜਾ ਕੇ ਕਾਲਖ ਲੈਂਦੀ ਹੈ। ਹਜ਼ੂਰ ਕਹਿੰਦੇ ਨੇ ਪੌੜੀ, ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ। ਹੇ ਪ੍ਰਭੂ, ਮੈਨੂੰ ਆਪਣੇ ਸੱਜਣ ਮੇਲ, ਜਿਨ੍ਹਾਂ ਦੇ ਨਾਲ ਮੈਂ ਮਿਲ ਕੇ ਤੇਰਾ ਰਾਹ ਹੀ ਪੁੱਛ ਲਵਾਂ, ਜਿਹੜੇ ਮੈਨੂੰ ਤੇਰਾ ਰਾਹ ਦੱਸ ਦੇਣ। ਜੋ ਹਰ ਦੱਸੇ ਮਿਤ, ਤਿਸ ਹਉ ਬਲ ਜਾਈ। ਜਿਹੜਾ ਮੈਨੂੰ ਹਰੀ ਦੇ ਸੰਬੰਧ ਵਿੱਚ ਕੁਝ ਦੱਸੇ ਹੈ ਨਾ, ਬਾਣੀ ਦੀਆਂ ਗੱਲਾਂ, ਬਾਣੀ ਦੀ ਵਿਚਾਰ, ਕਥਾ ਕਹਾਣੀਆਂ ਮੈਨੂੰ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹ ਮਿੱਤਰ ਮੈਂ ਉਹਦੇ ਤੋਂ ਬਲਿਹਾਰ ਜਾਵਾਂ। ਗੁਣ ਸਾਂਝੀ ਤਿਨ ਸਿਉ ਕਰੀ, ਹਰ ਨਾਮ ਥਿਆਈ। ਮੈਂ ਉਹਨਾਂ ਦੇ ਨਾਲ ਹੀ ਗੁਣਾਂ ਦੀ ਸਾਂਝ ਕਰਾਂ ਤੇ ਫਿਰ ਉਹਨਾਂ ਦੇ ਨਾਲ ਮਿਲ ਕੇ ਨਾਮ ਧਿਆਵਾਂ। ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਉਹ ਨਿਤ ਫਿਰ ਹਰੀ ਦੀ ਸੇਵਾ 'ਚ, ਹਰੀ ਦੀ ਸੇਵਾ ਬਾਣੀ ਦਾ ਜਾਪ ਆ, ਬਾਣੀ ਦਾ ਗਿਆਨ ਹੈ, ਸੋ ਹਰੀ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਹਰੀ ਦੀ ਸੇਵਾ। ਮਹਾਰਾਜ ਕਹਿੰਦੇ ਨਾਮ ਜਪਣੇ ਵਾਲੇ, ਬਾਣੀ ਪੜ੍ਹਨੇ ਵਾਲੇ, ਸਾਧ ਸੰਗਤ ਦੀ ਸੇਵਾ ਕਰਨੇ ਵਾਲੇ ਹੀ ਸੁਖ ਪ੍ਰਾਪਤ ਕਰਦੇ ਨੇ। ਬਲਿਹਾਰੀ ਸਤਿਗੁਰ ਤਿਸ, ਜਿਨ ਸੋਝੀ ਪਾਈ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਆ, ਜਿਹਨੇ ਮੈਨੂੰ ਸੋਝੀ ਦੇ ਦਿੱਤੀ। ਮੈਨੂੰ ਕਿੱਥੇ ਪਤਾ ਸੀਗਾ। ਹੁਣ ਜਦੋਂ ਸੋਝੀ ਦੇ ਦਿੱਤੀ ਤੇ ਫਿਰ ਹੁਣ ਬਾਣੀ ਆਨੇ ਬਹਾਨੇ ਪੜ੍ਹੀ ਦੀ ਹੈ, ਸੰਗਤ ਕਰੀ ਦੀ ਹੈ। ਹੁਣ ਜਿਹੜਾ ਸੰਸਾਰਕ ਜੀਵਨ ਸੀ ਫਿੱਕਾ ਫਿੱਕਾ ਲੱਗਦਾ। ਜਿਨ੍ਹਾਂ ਨੂੰ ਸੋਝੀ ਆ ਜਾਂਦੀ ਉਹਨਾਂ ਦੀ ਗੱਲ ਹੈ। ਜਿਨ੍ਹਾਂ ਕੋਲ ਅਜੇ ਸੋਝੀ ਨੇ, ਉਹ ਟਾਈਮ ਬਤੀਤ ਕਰਨ ਵਾਸਤੇ ਕਦੀ ਕਿਸੇ ਨੂੰ ਫੋਨ ਕਰਨਗੇ, ਕਿਸੇ ਨੂੰ ਫੋਨ ਕਰਨਗੇ, ਜਾਂ ਘੁੰਮਣ ਫਿਰਨ ਚੱਲ ਜਾਣਗੇ। ਜਿਨ੍ਹਾਂ ਨੂੰ ਸੋਝੀ ਆ ਗਈ ਆ, ਕਹਿੰਦੇ ਭਾਈ ਜੇ ਮੇਲ ਕਰਨਾ ਤਾਂ ਗੁਰਮੁਖਾਂ ਦੇ ਨਾਲ, ਨਹੀਂ ਤਾਂ ਇਕੱਲੇ ਬੈਠ ਕੇ ਪਾਠ ਕਰ ਲਓ, ਨਾਮ ਜਪ ਲਓ, ਕਿਉਂਕਿ ਸੋਝੀ ਜੋ ਆ ਗਈ।
ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ। ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ। ਸੋਖਿਓ ਮਨੋ ਵਿਸਾਰੇ, ਕਹਿ ਨਾਨਕ ਮਾਨੋ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ। ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਥਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾਂ ਜਿਤ ਕਰ ਧਾਰੀਆ, ਪੰਚ ਦੂਤ ਤਦ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਧੁਰ ਜਿਨ ਕੋ ਸਿਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਮਨੁ ਸੁਣਾ ਵਡਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੁਰ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਭੈ ਅਰਦਾਸ, ਜੀਉ ਪਿੰਡ ਸਭ ਤੇਰਾ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰ। ਕੋਈ ਨ ਜਾਣ ਤੁਮਰਾ ਅੰਤ, ਊਚਤੇ ਊਚਾ ਭਗਵਨ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਅਰਦਾਸ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਹਾਇ। ਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ। ਕਰਤ ਭਗਵਤੀ ਸਿਮਰ ਕੈ ਗੁਰਨਾਮ ਨਹੀਂ ਧਿਆਏ। ਧਰਮ ਗੁਰੂ ਤੇ ਅਵਤਾਰ ਰਾਮਦਾਸ ਜੀ ਸਹਾਇ। ਆਰਜਨ ਹਰਿ ਗੋਬਿੰਦ ਨੋ ਸਿਮਰੋ। ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਸੱਚੇ ਸਤਿ ਜਾਏ। ਤੇਗ ਬਹਾਦਰ ਸਿਮਰਿਆ ਫਰਮਾਨ ਗਿਆ ਵਿਧਾਏ। ਸਤਿ ਗੁਰ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾ ਪਿਆਰਿਆਂ, 64 ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜੱਫੀਆਂ ਤੱਕੀਆਂ ਸਿਰ ਕੁਰਬਾਨਾਂ। ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹਿ ਦੇਵ ਕੀ ਅੰਮ੍ਰਿਤ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਨ ਦੇ ਸੀਸ ਦਿੱਤੇ, ਬੰਦ ਬੰਦ ਕਰਵਾਏ। ਖੋਪੜੀਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਈ। ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ। ਸਿੱਖੀ ਸਦਕੇ ਸਾਹ ਸਵਾਸਾਂ ਨਾਲ ਨਿਭਾਇਆ। ਜਿਨ੍ਹਾਂ ਸਮੂਹੀ ਤੁਹਾਡੀ ਕਮਾਈ ਦਾ ਧਿਆਨ ਕਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਛਿਪਿਆ ਛਿਪਿਆ ਸਤਿ ਖਾਲਸਾ ਸੁਖ ਹੋਵੈ। ਜਾ ਜਾ ਖਾਲਸਾ ਜੀ ਸਾਰੇ ਨਾਮ ਦਾ ਬਚਿਆ ਰਿਹਾ। ਤੇ ਵੈਦ ਕੀ ਪੈਜ ਪੰਥ ਕੀ ਜੀਤ, ਸਹਿਬ ਕੀ ਸਹਾਇ। ਖਾਲਸਾ ਜੀ ਕੋ ਗੁਰੂ ਜੀ ਵਾਹਿਗੁਰੂ। ਸਿੱਖਾ
ਵਾਹਿਗੁਰੂ। ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ, ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ। ਚੜੇ ਸੋ ਉਤਰੇ ਪਾਰ ਗੁਰੂ ਪਾਰ ਉਤਾਰਨ ਹਾਰ। ਕਲਗੀ ਸੋਏ ਸੀਸ ਗੁਰੂ ਕਲਗੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੋ ਕਾਹੂ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੂੰ ਐ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਬਿਲਾਵਲ ਮਹਲਾ ਪੰਜਵਾਂ। ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ। ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ। ਰਹਾ ਨਿਵਰੇ ਦੂਤ ਦੁਸ਼ਟ ਬੈਰਾਈ। ਗੁਰਪੂਰੇ ਕਾ ਜਪਿਆ ਜਾਮ। ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪਰਤਾ। ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ।
ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹਿ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨ ਵਿਛੜਿਆਹੋ। ਬਾਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸਰਮ ਪਈ ਨਾਰਾਇਣ, ਨਾਨਕ ਦਰ ਪਈਆਹੋ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।